ਪਰ ਉਹ ਮੇਰੀ ਇੰਨੀ ਗੱਲ ਉੱਤੇ ਮੁਤਮਈਨ ਨਹੀਂ ਸੀ। ਉਹਨਾਂ ਫਿਲਮ ਵਿੱਚ ਖਾਸ ਅਦਾਕਾਰ ਦੇ ਕੰਮ ਬਾਰੇ ਪੁੱਛਿਆ। ਉਸ ਅਦਾਕਾਰ ਦੇ ਬੋਲਣ ਦਾ ਢੰਗ ਕੋਈ ਬਹੁਤਾ ਚੰਗਾ ਤਾਂ ਨਹੀਂ ਸੀ, ਪਰ ਉਹਦੇ ਚਿਹਰੇ ਦੀ ਮਾਸੂਮੀਅਤ ਤੇ ਆਜਜ਼ੀ ਪਾਰੋਂ ਕੁਝ ਗੱਲ ਜਚ ਜਾਂਦੀ ਸੀ। ਮੈਂ ਉਸ ਅਦਾਕਾਰ ਦੇ ਕੰਮ ਬਾਰੇ ਆਪਣੀ ਸੋਚ ਮੁਤਾਬਕ ਗੱਲਾਂ ਕੀਤੀਆਂ। ਉਸਤਾਦ ਜੀ ਆਖਿਆ, ਇਹ ਅਦਾਕਾਰ ਮੇਰਾ ਪੁੱਤਰ ਬਣਿਆ ਹੋਇਆ ਏ। ਜਦੋਂ ਇਹ ਮੇਰੇ ਕੋਲ ਆਇਆ ਸੀ, ਇਹਦੇ ਪੈਰਾਂ ਵਿੱਚ ਜੁੱਤੀ ਵੀ ਨਹੀਂ ਸੀ। ਮੈਂ ਵੀ ਬਾਦਸ਼ਾਹੀ ਮਸੀਤ ਦੀਆਂ ਪੌੜੀਆਂ ਵਿੱਚ ਬਹਿੰਦਾ ਸਾਂ ਉਸ ਵੇਲੇ ਇਹ ਮੇਰੇ ਕੋਲ ਆਇਆ ਕਰਦਾ ਸੀ। ਇਹ ਤੇ ਬੜਾ ਮਸ਼ਹੂਰ ਅਦਾਕਾਰ ਏ, ਮੈਂ ਸੋਚਣ ਲੱਗ ਪਿਆ ਸਾਂ। ਇੱਥੇ ਇਸ ਦਰਵੇਸ਼ ਬੰਦੇ ਦਾ ਪੁੱਤਰ ਬਣਿਆ ਹੋਇਆ ਏ, ਸਾਦੇ ਜਿਹੇ ਤੇ ਪਹਿਲਵਾਨ ਜੁੱਸੇ ਵਾਲੇ ਦਾ। ਮੈਨੂੰ ਆਮਦੇ ਨੂੰ ਭਾਵੇਂ ਸਾਲ ਹੀ ਹੋਇਆ ਸੀ, ਪਰ ਮੈਂ ਅਜੇ ਤੀਕਰ ਨਹੀਂ ਸਾਂ ਜਾਣ ਸਕਿਆ ਕਿ ਇਹ ਬੰਦਾ ਹੈ ਕੀ ਏ। ਲੋਕ ਵੀ ਉਸਤਾਦ ਜੀ ਕਹਿੰਦੇ ਸਨ ਤੇ ਮੈਂ ਵੀ ਇੰਝ ਹੀ ਆਖਣ ਲੱਗ ਪਿਆ ਸਾਂ। ਮੈਂ ਕਦੀ ਆਉਂਦਾ ਸਾਂ, ਉਹ ਵੀ ਆਪਣੇ ਮਕਸਦ ਵਾਸਤੇ। ਇਹ ਤਾਂ ਮੈਨੂੰ ਮਾਲੂਮ ਹੋ ਗਿਆ ਸੀ ਕਿ ਇਹ ਸ਼ਾਇਰ ਨੇ, ਪਰ ਸ਼ਾਇਰ ਇੰਝ ਦੇ ਤਾਂ ਨਹੀਂ ਹੁੰਦੇ। ਖਾਣਾ ਚੰਗਾ, ਬੋਲਣਾ ਚੰਗਾ, ਜੁੱਸਾ ਪਹਿਲਵਾਨ ਵਾਲਾ, ਸਿਰ ਕੋਨਾ, ਨਾ ਲੇਟਾਂ ਨਾ ਦਾੜੀ। ਸ਼ਾਇਰਾਂ ਵਾਲਾ ਹੁਲੀਆ ਹੀ ਨਹੀਂ ਸੀ। ਰੰਗ ਗੋਰਾ, ਸਾਫ ਸੁਥਰਾ, ਜਿਵੇਂ ਰੋਜ਼ ਨਹਾਵਣਾ। ਫਿਰ ਸ਼ਾਇਰਾਂ ਵਾਂਗ ਇਸ਼ਕੀਆ ਸ਼ੇਅਰ, ਪਰ ਇਹ ਤਾਂ ਆਸ਼ਕ ਰੂਹ ਨਹੀਂ ਸੀ ਲੱਗਦੀ। ਫਿਰ ਇਹ ਕੀ ਏ? ਲੋਕ ਕਿਉਂ ਆਉਂਦੇ ਨੇ? ਇਹਦਾ ਘਰ ਬਾਹਰ ਕੋਈ ਨਹੀਂ, ਬੀਵੀ ਬਾਲ ਕੋਈ ਨਹੀਂ, ਅੰਗ ਸਾਕ ਕੋਈ ਨਹੀਂ, ਕੰਮਕਾਜ ਕੋਈ ਨਹੀਂ। ਇਹ ਸਭ ਮੇਰੇ ਲਈ ਬੁਝਾਰਤ ਵਾਂਗ ਸੀ। ਅੱਜ ਟਾਂਗੇ ਵਿੱਚ ਸਵਾਰੀਆਂ ਨੂੰ ਵੇਖ ਕੇ ਮਾਲੂਮ ਹੁੰਦਾ ਸੀ ਕਿ ਕੋਈ ਗੁੱਜਾ ਰੋਗ ਜਾਗ ਪਿਆ ਏ। ਅਦਾਕਾਰ ਦੀ ਨਕਲ ਤੋਂ ਗੱਲ ਹਟ ਕੇ ਫਿਲਮ ਦੀ ਕਹਾਣੀ ਵੱਲ ਗਈ। ਉਹਨਾਂ ਪੁੱਛਿਆ, ਫਿਲਮ ਦੀ ਕਹਾਣੀ ਕੈਸੀ ਸੀ? ਫਿਲਮ ਦੀ ਕਹਾਣੀ ਦਾ ਮੌਜੂ ਅੰਗਰੇਜ਼ ਕੋਲੋਂ ਆਜ਼ਾਦੀ ਸੀ। ਫਿਲਮ ਦਾ ਨਾਂ ਨਿਜ਼ਾਮ ਲੋਹਾਰ ਸੀ। ਕਹਾਣੀ ਬਾਰੇ ਮੈਂ ਕੀ ਗੱਲ ਕਰਦਾ? ਮੈਨੂੰ ਕੀ ਮਾਲੂਮ ਕਿ ਫਿਲਮ ਦੀ ਕਹਾਣੀ ਕਿੰਝ ਦੀ ਹੁੰਦੀ ਏ। ਮੈਂ ਆਖਿਆ, ਕਹਾਣੀ ਬਾਰੇ ਮੈਂ ਕੀ ਗੱਲ ਕਰ ਸਕਣਾ? ਮੈਨੂੰ ਤੇ ਕਹਾਣੀ ਦੀ ਉੱਕਾ ਸਮਝ ਨਹੀਂ। ਫਿਰ ਵੀ ਉਹਨਾਂ ਆਖਿਆ, ਕੁਝ ਨਾ ਕੁਝ ਤੇ ਬੋਲ, ਚੰਗੀ ਲੱਗੀ ਹੋਸੀ ਜਾਂ ਮੰਦੀ। ਮੇਰੇ ਨਾਂ ਬੋਲਣ ਉੱਤੇ ਉਹ ਬਾਰ-ਬਾਰ ਬੋਲਣ ਲਈ ਆਖਦੇ। ਕਿਹੜਾ ਸੀਨ ਚੰਗਾ ਲੱਗਾ ਸੀ, ਕਿਹੜਾ ਹਿੱਸਾ ਬੁਰਾ ਲੱਗਾ ਤੇ ਕਿਉਂ ਲੱਗਾ। ਉਹਨਾਂ ਮੈਨੂੰ ਖੋਤਰ ਕੇ ਫਿਲਮੀ ਕਹਾਣੀ ਬਾਰੇ ਬਹੁਤ ਕੁਝ ਅਖਵਾਇਆ। ਆਪਣੀ ਸਮਝ ਮੁਜਬ ਮੈਂ ਦੱਸਦਾ ਰਿਹਾ, ਤਬਸਰਾ ਵੀ ਕਰਦਾ ਰਿਹਾ। ਫਿਰ ਨਾਲ ਪੇਂਡੂ ਰਹਿਤਲ ਦੀਆਂ ਗੱਲਾਂ ਵੀ ਹੁੰਦੀਆਂ ਰਹੀਆਂ। ਫਿਲਮੀ ਕਹਾਣੀ ਬਾਰੇ ਗੱਲ ਮੁੱਕੀ ਤਾਂ ਉਹਨਾਂ ਗੀਤ ਤੇ ਨਾਚ ਬਾਰੇ ਪੁੱਛਿਆ। ਮੈਂ ਜਿੰਨਾ ਬਚਦਾ ਉਹ ਓਨਾ ਹੀ ਜ਼ੋਰ ਦਿੰਦੇ। ਮੈਨੂੰ ਫਿਲਮ ਦੇ ਗੀਤ ਤੇ ਨਾਚ ਬਾਰੇ ਗੱਲ ਕਰਨੀ ਪਈ। ਫਿਲਮ ਦੇ ਮੁਕਾਲਮੇ ਤੇ ਮਾਹੌਲ ਬਾਰੇ ਵੀ ਗੱਲਾਂ ਵਿੱਚੋਂ ਗੱਲ ਕੱਢ ਕੇ ਪੁੱਛਦੇ ਰਹੇ। ਫਿਲਮ ਦੀ ਹਰ ਸ਼ੈ ਬਾਰੇ ਉਹਨਾਂ ਰੱਜ ਕੇ ਗੱਲ ਕੀਤੀ। ਮੈਨੂੰ ਫਿਲਮ ਬਾਰੇ ਕੱਖ ਪਤਾ ਨਹੀਂ ਸੀ, ਪਰ ਉਹ ਤਾਂ ਇੰਝ ਹੌਸਲਾ ਦਿੰਦੇ ਸਨ ਕਿ ਜਿਵੇਂ ਮੈਂ ਫਿਲਮ ਤੇ ਫਿਲਮ ਦੀ ਕਹਾਣੀ ਬਾਰੇ ਬਹੁਤ ਕੁਝ ਸਮਝਦਾ ਤੇ ਜਾਣਦਾ ਹਾਂ। ਚੰਗੀ ਗੱਲ ਇਹ ਸੀ ਕਿ ਅੱਜ ਕੋਈ ਬੰਦਾ ਹੁਜਰੇ ਵਿੱਚ ਨਹੀਂ ਸੀ ਆਇਆ। ਮੈਂ ਟਾਂਗੇ ਵਾਲੀਆਂ ਸਵਾਰੀਆਂ ਬਾਰੇ ਪੁੱਛਣਾ ਚਾਹੁੰਦਾ ਸਾਂ, ਪਰ ਹੌਸਲਾ ਸਾਥ ਨਹੀਂ ਸੀ ਦੇ ਰਿਹਾ। ਮੈਂ ਸੋਚਦਾ ਕਿਧਰੇ ਬਦਤਮੀਜੀ ਨਾ ਸਮਝੀ ਜਾਏ। ਹਨੇਰਾ ਵੱਧ ਰਿਹਾ ਸੀ। ਮੈਨੂੰ ਪਿੰਡ ਜਾਵਣ ਦਾ ਫਿਕਰ। ਬਹੁਤ ਦੇਰ ਹੋ ਗਈ ਤਾਂ ਕੋਈ ਸਵਾਰੀ ਨਹੀਂ ਲੱਭਣੀ, ਪਰ ਇੱਥੋਂ ਉੱਠਣ ਨੂੰ ਵੀ ਜੀ ਨਹੀਂ ਸੀ ਕਰ ਰਿਹਾ। ਉਹਨਾਂ ਮੈਥੋਂ ਮੇਰੇ ਸ਼ੇਅਰ ਸੁਣੇ ਜਿਹੜੇ ਮੈਂ ਵੇਲੇ ਕੁਵੇਲੇ ਘੜਿਆ ਕਰਦਾ ਸਾਂ। ਮੈਨੂੰ ਆਪਣੀ ਸ਼ਾਇਰੀ ਬੜੀ ਵਧੀਆ ਤੇ ਚੰਗੀ ਲੱਗਦੀ ਸੀ। ਮੇਰੇ ਗਾਡੀ ਸੱਜਣ ਬਹੁਤ ਪਸੰਦ ਕਰਦੇ ਤੇ ਵਾਹ ਕਰਦੇ ਹੁੰਦੇ ਸਨ। ਮੈਨੂੰ ਜਿੰਨੀ ਆਪਣੀ ਸ਼ਾਇਰੀ ਯਾਦ ਸੀ ਸਾਰੀ ਦੀ ਸਾਰੀ ਸੁਣਾ ਦਿੱਤੀ। ਮੇਰੀ ਸ਼ਾਇਰੀ ਸੁਣ ਕੇ ਉਹਨਾਂ ਤਾਰੀਫ ਕਰਦਿਆਂ ਹੋਇਆਂ ਵਾਰਸ਼ ਸ਼ਾਹ ਦੀ ਕਿਤਾਬ ਹੀਰ ਰਾਂਝਾ ਵਿੱਚੋਂ ਇੱਕ ਸ਼ੇਅਰ ਪੜ੍ਹਿਆ। ਵਾਰਸ਼ ਸ਼ਾਹ ਜਦੋਂ ਤੱਪੜ ਝੜੀ ਹੋਸੀ, ਵੇਖੀ ਨੀਲ ਡਾਟਾਂ ਅਤੇ ਲਹਿਰੀਏ ਨੀ, ਆਖਿਆ ਇਹਦੀ ਤਸ਼ਹੀਰ ਕਰ। ਮੇਰੇ ਲਈ ਇਹ ਬਹੁਤ ਔਖਾ ਕੰਮ ਸੀ। ਕਿਹੜੀ ਮੁਸੀਬਤ ਵਿੱਚ ਫਸ ਗਿਆ ਵਾਂ। ਮੈਂ ਸੋਚਿਆ, ਆਇਆ ਤਾਂ ਮੈਂ ਸ਼ਾਗਿਰਦ ਬਣ ਸਾਂ, ਪਰ ਇਹ ਬੰਦਾ ਮੈਨੂੰ ਸ਼ਰਮਿੰਦਿਆਂ ਕਰਕੇ ਛੱਡ ਸੀ। ਆਖਰ ਇਸ ਫੇਲ ਕਰਕੇ ਜਵਾਬ ਦੇ ਦੇਣਾ ਏ। ਐਵੇਂ ਚੌਧਰੀ ਦੇ ਆਖੇ ਲੱਗ ਕੇ ਸਾਲ ਤੀਕਰ ਇੱਥੇ ਮੱਥਾ ਟੇਕਦਾ ਰਿਹਾ ਵਾਂ। ਇਹ ਬੰਦਾ ਸ਼ਾਇਰ ਨਹੀਂ, ਕੁਝ ਹੋਰ ਚੀਜ਼ ਏ। ਸ਼ਾਇਰਾਂ ਵਾਲੀ ਦੇਖੀ ਨਹੀਂ ਇਹਦੀ। ਚੱਲ ਮਨਾ, ਉੱਠ ਚੱਲ ਇੱਥੋਂ। ਪਰ ਨਹੀਂ, ਮੇਰੇ ਅੰਦਰ ਵਾਲਾ ਪੇਂਡੂ ਜਿੱਦੀ ਜਾਗ ਪਿਆ ਸੀ। ਇੰਝ ਕੰਡ ਵਿਖਾ ਕੇ ਨੱਸਣਾ ਮੇਰੇ ਲਈ ਘੱਟ ਆਏ, ਪਰ ਮੁਸੀਬਤ ਤਾਂ ਸ਼ੇਅਰ ਦੀ ਤਸ਼ਰੀਹ ਦੀ ਸੀ। ਮੈਂ ਹੌਸਲਾ ਕਰਕੇ ਜਿਵੇਂ ਸਮਝਿਆ ਉਂਝ ਸ਼ੇਅਰ ਨੂੰ ਵੇਰਵੇ ਨਾਲ ਬਿਆਨ ਕੀਤਾ ਕਿ ਇੱਥੋਂ ਮਾਂ ਧੀ ਨੂੰ ਗੁੱਸੇ ਹੁੰਦੀ ਏ ਤੇ ਪਿਆਰ ਵੀ ਕਰਦੀ ਏ। ਜਿਵੇਂ ਮਾਰ ਉੱਤੇ ਆਖਦੀ ਏ ਕਿ ਜਦੋਂ ਤੱਪੜ ਉੱਤੇ ਸੋਟੇ ਵੱਜਣ ਨਾਲ ਡਾਟਾਂ ਪੈਂਦੀਆਂ ਨੇ, ਇੰਝ ਤੇਰੇ ਕੂਲੇ ਤੇ ਪਲੇ ਹੋਏ ਜੁੱਸੇ ਤੇ ਨਿਸ਼ਾਨ ਪੈ ਜਾਸਨ। ਪਰ ਪਿਆਰ ਆਉਂਦਾ ਏ ਤੇ ਕਹਿੰਦੀ ਏ
ਕਿ ਲਹਿਰੀਏ ਦੁਪੱਟੇ ਵਾਂਗ ਜਵਾਨੀ ਏ ਮੇਰੀ ਧੀ ਦੀ। ਲਹਿਰੀਏ ਦੁਪੱਟੇ ਦੀਆਂ ਫਾਟਾਂ ਵੀ ਤਾਂ ਡਾਟਾਂ ਵਾਂਗ ਹੁੰਦੀਆਂ ਨੇ। ਅੱਗੋਂ ਝਿਜਕ ਕੇ ਮੈਂ ਚੁੱਪ ਹੋ ਗਿਆ। ਇਸ ਤਸ਼ਰੀਹ ਉੱਤੇ ਉਸਤਾਦ ਜੀ ਵਾਹ ਕੀਤੀ। ਉਹਨਾਂ ਖੁੱਲ੍ਹ ਕੇ ਸ਼ਾਬਾਸ਼ ਦਿੱਤੀ। ਪਰ ਕੁਝ ਹੋਰ ਲੋਕ ਅੰਦਰ ਆ ਗਏ। ਮੈਨੂੰ ਇਜਾਜ਼ਤ ਮਿਲੀ ਕਿ ਜਾ ਹੁਣ ਫੇਰ ਅਗਲੇ ਐਤਵਾਰ ਦਾ ਸੁਣ ਕੇ ਮੈਂ ਇੱਥੋਂ ਉੱਠ ਤੁਰਿਆ। ਰਾਤ ਵਾਹਵਾ ਲੰਘ ਗਈ ਸੀ। ਲਾਰੀ ਅੱਡੇ ਤੋਂ ਸ਼ੇਖੂਪੁਰੇ ਨੂੰ ਜਾਵਣ ਵਾਲੀ ਕੋਈ ਬੱਸ ਰਾਹ ਦੀ ਸਵਾਰੀ ਉਠਾਵਣ ਨੂੰ ਤਿਆਰ ਨਹੀਂ ਸੀ। ਹਰ ਬੱਸ ਧੋੜ ਸ਼ੇਖੂਪੁਰਾ ਦੀ ਸਵਾਰੀ ਦੀ ਭਾਲ ਤੇ ਉਡੀਕ ਵਿੱਚ ਰਹਿੰਦੀ। ਰਾਹ ਵਿੱਚ ਬ੍ਰੇਕ ਲਾਵਣਾ ਬੱਸ ਵਾਲੇ ਆਪਣੀ ਤੋਹੀਨ ਸਮਝਦੇ ਸਨ। ਰਾਹ ਦੀ ਸਵਾਰੀ ਨੂੰ ਤਾਂ ਬੱਸ ਦੀ ਬਾਰੀ ਲਾਗੇ ਵੀ ਖਲੋਣ ਨਹੀਂ ਸਨ ਦਿੰਦੇ। ਬਹੁਤੀਆਂ ਬੱਸਾਂ ਵਾਲੇ ਲਾਇਲਪੁਰ, ਝੰਗ, ਸਰਗੋਧਾ ਤੇ ਮੀਆਂ ਵਾਲੀ ਦੀਆਂ ਆਵਾਜ਼ਾਂ ਦਿੰਦੇ ਸਨ। ਕੋਈ ਬੱਸ ਵਾਲਾ ਸ਼ੇਖੂਪੁਰੇ ਦੀ ਆਵਾਜ਼ ਲਾਉਂਦਾ। ਰਾਹ ਦੀ ਸਵਾਰੀ ਕੋਈ ਨਹੀਂ ਸੀ ਉਠਾਉਂਦਾ। 2-3 ਸਵਾਰੀਆਂ ਹੋਰ ਵੀ ਤਰਲੇ ਲੈ ਰਹੀਆਂ ਸਨ। ਉਹਨਾਂ ਵੀ ਰਾਹ ਵਿੱਚ ਹੀ ਲੈਣਾ ਸੀ। ਮੈਥੋਂ ਅੱਡ ਰਾਹ ਦੀਆਂ ਸਵਾਰੀਆਂ ਵਿੱਚ 2 ਮਜ਼ਦੂਰ ਸਨ ਜਿਹੜੇ ਸ਼ਹਿਰ ਦਿਹਾੜੀ ਲਈ ਰੋਜ਼ ਆਉਂਦੇ ਸਨ ਤੇ ਇੰਝ ਹੀ ਖੱਜਲ ਖੁਆਰ ਹੁੰਦੇ ਸਨ। ਇੱਕ ਬਾਬਾ ਤੇ ਇੱਕ ਜਵਾਨ ਕੁੜੀ ਸੀ। ਚੰਗੇ ਰੰਗ ਰੂਪ ਦੀ ਕੁੜੀ ਵੱਲ ਹਰ ਇੱਕ ਅੱਖਾਂ ਭਰ ਤੱਕਦਾ ਸੀ। ਪਰ ਕੁੜੀ ਸ਼ਰਮਾਈ ਅੱਖਾਂ ਨੀਵੀਆਂ ਹੀ ਰੱਖਦੀ। ਉਹਨੇ ਕਿਸੇ ਵੱਲ ਵੀ ਅੱਖ ਚੁੱਕ ਕੇ ਨਾ ਵੇਖਿਆ। ਬੱਸ ਉੱਤੇ ਨਾ ਉਠਾਵਣ ਦੀ ਕੁੜੱਤਣ ਤਾਂ ਸਾਨੂੰ ਹੈ ਹੀ ਸੀ। ਜਿਉਂ ਵੇਲਾ ਲੰਘਦਾ ਜਾ ਰਿਹਾ ਸੀ, ਚਿੰਤਾ ਵੱਧਦੀ ਜਾ ਰਹੀ ਸੀ ਕਿ ਜੇ ਕਿਸੇ ਵੀ ਬੱਸ ਵਾਲੇ ਨਾ ਉਠਾਇਆ ਤਾਂ ਰਾਤ ਕਿਧਰੇ ਜਾਵਣ ਜੋਗੇ ਵੀ ਨਹੀਂ। ਜਦ ਜਵਾਨ ਕੁੜੀ ਵੱਲ ਤੱਕਦੇ ਤਾਂ ਕੁਝ ਦੇਰ ਚਿੰਤਾ ਮੁੱਕ ਜਾਂਦੀ। ਹੋਰ ਵੀ ਸਵਾਰੀਆਂ ਆ ਜਾ ਰਹੀਆਂ ਸਨ। ਉਹਨਾਂ ਸਵਾਰੀਆਂ ਵਿੱਚ ਵੀ ਸੋਹਣੇ ਮੁਖੜੇ ਨਜ਼ਰ ਆਉਂਦੇ ਸਨ। ਪਰ ਇਹ ਮੁਖੜਾ ਤਾਂ ਸਾਡੇ ਵਾਂਗ ਸਾਡੇ ਨਾਲ ਚਿੰਤਾ ਵਿੱਚ ਸੀ। ਹੁਣ ਅਸੀਂ ਬੱਸਾਂ ਵਾਲਿਆਂ ਦੀ ਮਿਹਨਤ ਕਰਨ ਲੱਗ ਪਏ ਸਾਂ। ਆਖਰ ਇੱਕ ਬੱਸ ਵਾਲੇ ਨੂੰ ਰਾਹ ਦੀਆਂ ਸਵਾਰੀਆਂ ਉੱਤੇ ਤਰਸ ਆ ਹੀ ਗਿਆ। ਉਸ ਆਖਿਆ, ਜਿੱਥੇ ਵੀ ਕਿਸੇ ਜਾਣਾ ਏ ਬੈਠ ਜਾਓ, ਪਰ ਕਿਰਾਇਆ ਸ਼ੇਖੂਪੁਰੇ ਦਾ ਹੁਸੀ। ਅਸਾਂ ਦੂਣਾ ਕਿਰਾਇਆ ਦੇ ਕੇ ਬਹਿ ਜਾਣਾ ਪਸੰਦ ਕੀਤਾ ਤਾਂ ਬੱਸ ਸਵਾਰੀਆਂ ਨੂੰ ਲੈ ਕੇ ਟੁਰ ਪਈ। ਬੱਸ ਉੱਤੋਂ ਉਤਰ ਕੇ ਜਦ ਮੈਂ ਆਪਣੇ ਪਿੰਡ ਲਾਗੇ ਅੱਪੜਿਆ ਤਾਂ ਉੱਥੇ ਟਿਊਬਵੈੱਲ ਲਾਗੇ ਬੈਠਕ ਵਿੱਚੋਂ ਕੁਝ ਬੰਦਿਆਂ ਮੈਨੂੰ ਰੋਕ ਕੇ ਪੁੱਛਿਆ, ਕੌਣ ਏ ਤੂੰ? 3 ਕੋਪਰੇ ਜਿਹੇ ਬੰਦੇ, ਉਹਨਾਂ ਕੋਲ ਬੰਦੂਕਾਂ ਤੇ ਬੰਦੂਕਾਂ ਦੇ ਮੂੰਹ ਮੇਰੇ ਵੱਲ। ਮੇਰੇ ਲਈ ਬੜੇ ਅਚੰਭੇ ਵਾਲੀ ਗੱਲ ਸੀ ਕਿ ਸਾਡੇ ਪਿੰਡ ਲਾਗੇ ਪਿੰਡ ਦੇ ਟਿਊਬਵੈੱਲ ਉੱਤੇ ਮੈਨੂੰ ਪੁੱਛਿਆ ਜਾ ਰਿਹਾ ਏ ਕਿ ਕੌਣ ਏ ਤੂੰ? ਕਮਾਲ ਏ। ਪਹਿਲਾਂ ਤਾਂ ਮੈਂ ਹਨੇਰੇ ਵਿੱਚ ਅੱਖਾਂ ਪਾੜ ਕੇ ਉਹਨਾਂ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ, ਪਰ ਉਹ ਕੋਈ ਓਪਰੇ ਬੰਦੇ ਸਨ। ਮੇਰੇ ਲਈ ਹੋਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਓਪਰੇ ਬੰਦੇ ਬੰਦੂਕਾਂ ਨਾਲ ਇੱਥੇ ਡੇਰਾ ਲਾਈ ਬੈਠੇ ਸਨ। ਇਹ ਬੈਠਕ ਟਿਊਬਵੈੱਲ 'ਤੇ ਭੋਏ ਸ਼ੇਖ ਇਕਬਾਲ ਦੀ ਏ। ਅਸੀਂ ਉਹਦੇ ਰਾਹਕ ਹਾਂ। ਅਸੀਂ ਵਾਹੀ ਕਰਨੇ ਆ। ਟਿਊਬਵੈੱਲ ਦੀ ਸੰਭਾਲ ਤੇ ਵਰਤੋਂ ਅਸੀਂ ਕਰਨੇ ਆ। ਫਿਰ ਇਹ ਕੌਣ ਨੇ? ਮੈਨੂੰ ਕਈ ਖਿਆਲ ਆਏ, ਕਈ ਗਏ। ਆਖਰ ਹਿੰਮਤ ਕਰਕੇ ਮੈਂ ਪੁੱਛਿਆ, ਤੁਸੀਂ ਕੌਣ ਹੋ? ਮੈਂ ਤਾਂ ਇੱਥੋਂ ਦਾ ਰਹਿਣ ਵਾਲਾ ਹਾਂ। ਮੇਰੀ ਆਵਾਜ਼ ਸੁਣ ਕੇ ਬੈਠਕ ਵਿੱਚੋਂ ਹਾਰੂ ਦੀ ਆਵਾਜ਼ ਆਈ, ਆ ਜਾਓ, ਆਪਣਾ ਬੰਦਾ ਏ। ਉਹ ਪਰਤ ਟੁਰੇ ਤਾਂ ਮੈਂ ਵੀ ਬੈਠਕ ਵਿੱਚ ਚਲਾ ਗਿਆ। ਮੈਨੂੰ ਵੇਖ ਕੇ ਹਾਰੂ ਹੱਸਣ ਲੱਗ ਪਿਆ। ਮੈਂ ਪੁੱਛਿਆ, ਹਾਰੂ ਸਾਹਿਬ, ਇਹ ਬੰਦੇ ਕਾਹਦੇ ਵਾਸਤੇ ਨੇ? ਹਾਰੂ ਆਖਿਆ, ਹੁਣ ਤੂੰ ਜਾ, ਰਾਤ ਕਾਫੀ ਹੋ ਗਈ ਏ, ਸਵੇਰ ਆਪੇ ਮਾਲੂਮ ਹੋ ਜਾਸੀ। ਮੈਂ ਜਾਂਦੇ ਹੋਏ ਇੱਕ ਵਾਰ ਫੇਰ ਉਹਨਾਂ ਬੰਦਿਆਂ ਵੱਲ ਵੇਖਿਆ। ਮੈਨੂੰ ਉਹ ਬੰਦੇ ਕੁਝ ਚੰਗੇ ਨਹੀਂ ਸਨ ਲੱਗਦੇ। ਉਹਨਾਂ ਦੇ ਚਿਹਰਿਆਂ ਉੱਤੋਂ ਖੌਫ, ਡਰ ਤੇ ਬੇਰਹਿਮੀ ਜਿਹੀ ਫੁੱਟਦੀ ਸੀ। ਸਵੇਰੇ ਮਾਲੂਮ ਹੋਇਆ ਕਿ ਇਹ ਭੋਏ ਸ਼ੇਖ ਇਕਬਾਲ ਆਪਣੇ ਮਾਲਕ ਕੋਲੋਂ ਫਰਾਡ ਨਾਲ ਲੈ ਕੇ ਆਪਣੇ ਪੁੱਤਰ ਦੇ ਨਾਵੇਂ ਕਰਵਾਈ ਹੋਈ ਸੀ। ਹੁਣ ਹੈਦਰਾਬਾਦ ਦੇ ਭਈਏ ਇਹ ਭੋਏ ਵੇਚ ਦਿੱਤੀ ਏ। ਪਿੰਡ ਦੇ ਹਾਜੀ ਜ਼ਿਮੀਂਦਾਰ ਦੇ ਪੁੱਤਰ ਖਰੀਦ ਲਈਏ। ਨਵਾਂ ਖਰੀਦਦਾਰ ਕਬਜ਼ਾ ਲੈਣ ਦੇ ਚੱਕਰ ਵਿੱਚ ਏ। ਇਸੇ ਲਈ ਸ਼ੇਖ ਇਕਬਾਲ ਕਬਜ਼ਾ ਪੱਕਾ ਕਰਨ ਲਈ ਗੁੰਡੇ ਸੱਦ ਲਿਆਇਆ ਏ। ਹਾਰੂ ਸਵੇਰ ਨੂੰ ਆਪ ਸ਼ਹਿਰ ਗਿਆ ਤੇ ਲਾਰੀ ਅੱਡੇ ਦਾ ਮਸ਼ਹੂਰ ਬੰਦਾ ਕੁਝ ਹੋਰ ਗੁੰਡੇ ਲੈ ਕੇ ਆ ਗਿਆ। ਦੂਜੇ ਪਾਸੇ ਨਵੇਂ ਖਰੀਦਦਾਰ ਵੀ ਸਾਹਮਣੇ ਦੇ ਡੇਰੇ ਉੱਤੇ ਗੁੰਡੇ ਲਿਆ ਬਿਠਾਏ। ਦੋਵਾਂ ਪਾਸਿਓਂ ਦਬਾਅ ਸਾਡੇ ਉੱਤੇ। ਨਵੇਂ ਖਰੀਦਦਾਰ ਦੇ ਪਿਓ ਦੇ ਅਸਾਂ ਪਹਿਲੇ ਰਾਹਕ ਰਹੇ ਸਾਂ। ਪੁਰਾਣੇ ਤੁਅੱਲਕ ਪਾਰੋਂ ਉਹ ਸਾਥੋਂ ਸਾਥ ਮੰਗਦਾ ਸੀ। ਪਰ ਰਾਹਕ ਤਾਂ ਰਾਹਕ ਹੁੰਦਾ ਏ। ਰਾਹਕ ਦਾ ਹਰ ਇੱਕ ਮਾਲਕ ਹੁੰਦਾ ਏ। ਅਸਾਂ ਕਬਜ਼ਾ ਲੈਣ ਵਾਲੇ ਤੇ ਨਾ ਦੇਣ ਵਾਲੇ ਦੋਹਾਂ ਧਿਰਾਂ ਦੇ ਖਾਦਮ ਆ। ਜਿਹੜਾ ਜਿੱਤ ਗਿਆ ਉਸੇ ਦੇ ਹੀ ਰਾਹਕ ਅਸੀਂ, ਕਾਮੇ ਅਸੀਂ। ਦੋਵੇਂ ਧਿਰਾਂ ਦੇ ਬਦਮਾਸ਼ਾਂ ਕੁਝ ਦਿਨ ਤਾਂ ਵਾਹਵਾ ਖਾਧਾ ਪੀਤਾ, ਆਸੇ-ਪਾਸੇ ਦੇ ਲੋਕਾਂ ਨੂੰ ਡਰਾਇਆ ਧਮਕਾਇਆ ਤੇ ਰਾਤਾਂ ਨੂੰ ਝੁੱਗੇ ਵੀ ਫਰੋਲੇ। ਕਿਸੇ ਦੇ ਘਰੋਂ ਚੁਰਾ ਕੇ ਲੈ ਆਏ ਤੇ ਕਿਸੇ ਦੇ ਕੋਲੋਂ ਘੂਰ ਕੇ। ਰਾਹਕ ਲੋਕ ਡਰੇ ਸਹਿਮੇ ਦਿਨ ਕੱਟ ਰਹੇ ਸਨ। ਸ਼ੇਖ ਇਕਬਾਲ ਦੇ ਬਦਮਾਸ਼ ਲਾਹੌਰ ਦੇ ਤੇ ਕੁਝ ਦੂਜੇ ਇਲਾਕਿਆਂ ਦੇ ਇਸ਼ਤਿਹਾਰੀ ਸਨ। ਇਸ ਜੂਹ ਵਿੱਚ ਉਹ ਓਪਰੇ ਸਨ, ਪਰ ਨਵੇਂ ਖਰੀਦਦਾਰ ਦੇ ਬਦਮਾਸ਼
ਮੁਕਾਮੀ ਤੇ ਇਸ ਜੂਹ ਦੇ ਚੰਗੇ ਜਾਣੂ ਸਨ। ਜੂਹ ਦੇ ਸਾਰੇ ਜ਼ਿਮੀਂਦਾਰ ਤੇ ਮਾਲਕ ਨਵੇਂ ਖਰੀਦਦਾਰ ਦੇ ਸੱਜਣ ਤੇ ਰਿਸ਼ਤੇਦਾਰ ਸਨ। ਇੱਕ ਰਾਤ ਜੰਗ ਛਿੜ ਪਈ। ਆਮਣੇ ਸਾਹਮਣੇ ਗੋਲੀਆਂ ਚੱਲੀਆਂ। ਨਾ ਕੋਈ ਮਰਿਆ ਤੇ ਨਾ ਕੋਈ ਜ਼ਖਮੀ ਹੋਇਆ। ਸ਼ੇਖ ਇਕਬਾਲ ਦੇ ਬਦਮਾਸ਼ ਸਭ ਕੁਝ ਛੱਡ ਕੇ ਨੱਸ ਗਏ ਤਾਂ ਨਵੇਂ ਮਾਲਕ ਦਾ ਕਬਜ਼ਾ ਹੋ ਗਿਆ। ਅਸਾਂ ਰਾਹਕ ਵੀ ਉਹਦੇ ਕਬਜ਼ੇ ਵਿੱਚ, ਜਿਵੇਂ ਲਾੜੀ ਦਾ ਦਾਜ ਵੀ ਲਾੜੇ ਦੇ ਕਬਜ਼ੇ ਵਿੱਚ ਹੁੰਦਾ ਏ। ਸਵੇਰੇ ਪੁਲਿਸ ਆ ਕੇ ਡੇਰਾ ਲਾਈ ਰੱਖਿਆ। ਇਲਾਕੇ ਦੇ ਸਾਰੇ ਕੁੱਕੜ ਤੇ ਦੁੱਧ ਘਿਓ ਪੁਲਿਸ ਖਾ ਪੀ ਗਈ। ਪੂਰੇ ਇਲਾਕੇ ਵਿੱਚ ਕਈ ਦਿਨ ਤੀਕਰ ਖੌਫ ਦੀ ਲਹਿਰ ਚੱਲਦੀ ਰਹੀ ਸੀ। ਮੁਕੱਦਮਾ ਭਾਵੇਂ ਅਦਾਲਤਾਂ ਵਿੱਚ ਚਲਾ ਗਿਆ ਸੀ, ਪਰ ਲੜਾਈ ਦਾ ਖਤਰਾ ਹਰ ਵੇਲੇ ਰਹਿੰਦਾ ਸੀ। ਲੋਕ ਰਾਤ ਨੂੰ ਘਰੋਂ ਬਾਹਰ ਨਹੀਂ ਸਨ ਨਿਕਲਦੇ ਤੇ ਨਾ ਹੀ ਘਰ ਕੱਲਾ ਛੱਡ ਕੇ ਕਿਧਰੇ ਦੂਰ ਵਾਂਢੇ ਜਾਂਦੇ ਸਨ। ਇਹੋ ਜਿਹੇ ਸਮੇਂ ਵਿੱਚ ਭਲਾ ਮੈਂ ਕਿਵੇਂ ਹੁਜਰੇ ਜਾ ਸਕਦਾ ਸਾਂ। ਕਈ ਐਤਵਾਰ ਲੰਘ ਗਏ ਸਨ। ਭੋਏ ਦਾ ਮਾਲਕ ਭਾਵੇਂ ਬਦਲ ਗਿਆ ਸੀ, ਪਰ ਰਾਕਾਂ ਦੀ ਜੂਨ ਤਾਂ ਨਹੀਂ ਸੀ ਬਦਲੀ। ਉਹੀ ਮਿਹਨਤ ਮੁਸ਼ੱਕਤ, ਉਹੀ ਸਬਰ ਸ਼ੁਕਰ ਤੇ ਫਾਕਾ ਤੰਗੀ, ਉਹੀ ਮਾਲ ਡੰਗਰ ਤੇ ਖੇਚਲ, ਉਹੀ ਦੁੱਖ ਤੇ ਉਹੀ ਜੁੱਸਾ। ਇਹ ਸਾਰਾ ਕੁਝ ਵੇਖ ਕੇ ਮੈਨੂੰ ਕੁਝ ਤਾ ਚੜ੍ਹਦਾ, ਗੁੱਸਾ ਆਉਂਦਾ, ਆਪਣੇ ਆਪ ਨਾਲ ਨਫ਼ਰਤ ਵੀ ਹੁੰਦੀ। ਪਰ ਕੀ ਕੀਤਾ ਜਾਵੇ? ਕੋਈ ਰਾਹ, ਕੋਈ ਮੰਜ਼ਿਲ ਮੈਨੂੰ ਨਜ਼ਰ ਨਹੀਂ ਸੀ ਆਉਂਦੀ। ਘੜੇ ਦੀ ਮੱਛੀ ਵਾਂਗਰ ਜਾਂ ਭੌਂ 'ਚੋਂ ਖੋਤੀ ਬੋੜ ਹੇਠਾਂ ਬਹੁਤ ਕੰਮ ਕਰਨਾ, ਨਤੀਜਾ ਉਹੀ ਫਾਕੇ ਸਬਰ ਸ਼ੁਕਰ। ਨਵੇਂ ਖਰੀਦਦਾਰ ਦਾ ਕਬਜ਼ਾ ਪੱਕਾ ਹੋ ਗਿਆ ਸੀ। ਸਾਨੂੰ ਨਵੇਂ ਮਾਲਕ ਨੂੰ ਰਾਜ਼ੀ ਰੱਖਣ ਲਈ ਉਹਦੇ ਅੱਗੇ ਪਿੱਛੇ ਰਹਿਣਾ ਪੈਂਦਾ ਸੀ। ਉਹਦੀਆਂ ਠੰਡੀਆਂ ਤੱਤੀਆਂ ਗੱਲਾਂ ਸੁਣ ਕੇ ਜਰਨਾ ਪੈਂਦਾ ਸੀ। ਜੀ ਕਰਦਿਆਂ ਰਹਿਣਾ ਸਾਡੀ ਆਦਤ ਬਣ ਗਈ ਹੋਈ ਸੀ। ਨਵੇਂ ਜ਼ਿਮੀਂਦਾਰ ਦਾ ਰਵੱਈਆ ਆਪਣੇ ਪਿਓ ਤੋਂ ਵੀ ਭੈੜਾ ਸੀ। ਬਦਜ਼ੁਬਾਨ ਤੇ ਤੇੜੂ, ਆਪਣੇ ਆਪ ਨੂੰ ਇਲਾਕੇ ਦਾ ਵੱਡਾ ਚੌਧਰੀ ਖਿਆਲ ਕਰਦਾ, ਹਰ ਗੱਲ ਵਿੱਚ ਆਪਣਾ ਹੁਕਮ ਹੀ ਆਖਰੀ ਹੁਕਮ ਸਮਝਦਾ ਸੀ। ਇਲਾਕੇ ਦੇ ਦੂਸਰੇ ਜ਼ਿਮੀਂਦਾਰ ਇਹਦੇ ਪਿਓ ਦੀ ਤਾਂ ਇੱਜ਼ਤ ਕਰਦੇ ਸਨ, ਪਰ ਇਹਨੂੰ ਉੱਕਾ ਹੀ ਮੂੰਹ ਨਹੀਂ ਸਨ ਲਾਉਂਦੇ। ਇਹ ਆਪਣੀ ਹੇਠੀ ਦਾ ਬਦਲਾ ਰਾਕਾਂ ਕੋਲੋਂ ਲੈਂਦਾ, ਉਹਨਾਂ ਉੱਤੇ ਹੀ ਗੁੱਸਾ ਕਰਦਾ ਤੇ ਮੰਦਾ ਰਹਿੰਦਾ ਸੀ। ਰਾਹਕ ਵਿਚਾਰੇ ਸਭ ਸਖਤੀਆਂ ਜਰ ਜਾਂਦੇ ਸਨ, ਹੋਰ ਕਰ ਵੀ ਕੀ ਸਕਦੇ ਸਨ। ਦੂਜਿਆਂ ਰਾਹਕਾਂ ਨਾਲੋਂ ਸਾਡੀ ਹਾਲਤ ਵੀ ਕੋਈ ਜ਼ਿਆਦਾ ਵੱਖਰੀ ਨਹੀਂ ਸੀ। ਜ਼ਿਮੀਂਦਾਰ ਦੀਆਂ ਭੈੜੀਆਂ ਮੰਦੀਆਂ ਗਾਲਾਂ ਸੁਣ ਕੇ ਅੱਕ ਗਏ ਹੋਏ ਸਾਂ। ਇੱਕ ਦਿਨ ਮੁੰਜੀ ਦਾ ਬੋਹਲ ਬਣਿਆ ਹੋਇਆ ਸੀ ਤੇ ਨਵਾਂ ਜ਼ਿਮੀਂਦਾਰ ਆਇਆ ਹੋਇਆ ਸੀ। ਬੋਹਲ ਤੋਲਿਆ, ਛੱਟਾਂ ਵਿੱਚ ਦਾਣੇ ਭਰੇ ਗਏ ਤਾਂ ਜ਼ਿਮੀਂਦਾਰ ਮੇਰੇ ਪਿਓ ਨੂੰ ਆਖਿਆ, ਦਾਣੇ ਤਾਂ ਬਹੁਤ ਤੋੜੇ ਹੋਏ ਨੇ, ਤੁਸਾਂ ਰਾਤ ਨੂੰ ਚੋਰੀ ਤਾਂ ਨਹੀਂ ਕਰ ਲਏ? ਮੇਰੇ ਕੋਲੋਂ ਜਰਿਆ ਨਾ ਗਿਆ। ਝੱਟ ਆਖਿਆ, ਚੌਧਰੀ ਜੇ ਤੂੰ ਖੁਦਾ ਹੁੰਦੋ ਤਾਂ ਫੇਰ ਕੀ ਹੁੰਦਾ? ਚੌਧਰੀ ਗੁੱਸੇ ਨਾਲ ਬੋਲਿਆ, ਕੀ ਮਤਲਬ ਓਏ ਤੇਰਾ? ਮਤਲਬ ਤਾਂ ਕੋਈ ਨਹੀਂ ਚੌਧਰੀ, ਬਸ ਖੁਦਾ ਦੀ ਸ਼ਾਨ ਏ। ਚੌਧਰੀ ਮੇਰਾ ਜਵਾਬ ਸੁਣ ਕੇ ਮੇਰੇ ਪਿਓ ਨੂੰ ਆਖਿਆ, ਇਹਨੂੰ ਸੰਭਾਲ ਕੇ ਰੱਖ, ਬੜਾ ਬਦਤਮੀਜ਼ ਏ, ਬੇਵਕੂਫ, ਇਹਨੂੰ ਬੋਲਣ ਦਾ ਵੀ ਪਤਾ ਨਹੀਂ। ਮੇਰੇ ਸਾਹਮਣੇ ਤੇ ਵੱਡੇ ਵੱਡੇ ਚੌਧਰੀ ਨਹੀਂ ਬੋਲਦੇ। ਜਵਾਬ ਵਿੱਚ ਮੇਰੇ ਪਿਓ ਆਖਿਆ, ਚੌਧਰੀ ਮੁੰਡਾ ਏ, ਜਵਾਨ ਏ, ਮੈਂ ਸਮਝਾ ਦਿਆਂਗਾ। ਜ਼ਿਮੀਂਦਾਰ ਭਰਿਆ ਪੀਤਾ ਚਲਾ ਗਿਆ ਤਾਂ ਮੇਰੇ ਪਿਓ ਮੈਨੂੰ ਆਖਿਆ, ਤੂੰ ਜ਼ਰੂਰ ਮੈਨੂੰ ਬੇਇੱਜ਼ਤ ਕਰਵਾਏਂਗਾ। ਬੇਇੱਜ਼ਤ ਅਸੀਂ ਰੋਜ਼ ਹੁੰਨੇ ਆ। ਮੇਰੇ ਜਵਾਬ ਉੱਤੇ ਪਿਓ ਫੇਰ ਘੂਰੀ ਕੱਢ ਕੇ ਆਖਿਆ, ਆਪਣੀ ਔਕਾਤ ਵਿੱਚ ਰਹਿਣਾ ਪੈਂਦਾ ਏ, ਅਸੀਂ ਹੈ ਕੀ ਆ? ਮੈਂ ਕੋਈ ਜਵਾਬ ਨਾ ਦਿੱਤਾ। ਪਰਾਂ ਜਾ ਕੇ ਮੱਝਾਂ ਨੂੰ ਵਲਣ ਲੱਗ ਪਿਆ, ਜਿਹੜੀਆਂ ਵੱਢ ਚਰਦੀਆਂ ਮਕਈ ਦੀ ਪੈਲੀ ਵੱਲ ਵੱਧ ਰਹੀਆਂ ਸਨ। ਸਾਨੂੰ ਫਾਇਦਾ ਸਿਰਫ ਮਾਲ ਡੰਗਰ ਦਾ ਹੀ ਹੁੰਦਾ ਸੀ, ਜੋ ਅਸੀਂ ਵਾਹੀ ਬੀਜੀ ਦੇ ਨਾਲ ਪਾਲ ਲੈਂਦੇ ਸਾਂ। ਵਾਹੀ ਬੀਜੀ ਤਾਂ ਬਸ ਐਵੇਂ ਹੀ ਸੀ। ਵਾਹੀ ਬੀਜੀ ਛੱਡ ਵੀ ਨਹੀਂ ਸੀ ਸਕਦੇ। ਜੇ ਛੱਡ ਦਈਏ ਤਾਂ ਘਰ ਕਿੱਥੇ ਬਣਾਉਂਦੇ, ਮਾਲ ਡੰਗਰ ਕਿੱਥੇ ਪਾਲਦੇ? ਇਸੇ ਲਈ ਕੋਈ ਫਾਇਦਾ ਨਾ ਵੀ ਹੋਵੇ ਤਾਂ ਵੀ ਸਾਨੂੰ ਵਾਹੀ ਕਰਨੀ ਪੈਂਦੀ ਸੀ। ਔਖੇ ਸੌਖੇ ਵੇਲੇ ਸਾਨੂੰ ਕੋਈ ਨਾ ਕੋਈ ਡੰਗਰ ਵੱਛਾ ਵੇਚ ਕੇ ਹੀ ਬੁੱਤਾ ਸਾਰਨਾ ਪੈਂਦਾ ਸੀ। ਮਾਂ ਬਿਮਾਰ ਰਹਿਣ ਲੱਗ ਪਈ ਸੀ, ਕਦੇ ਤੜਕ ਪੈਂਦੀ ਤੇ ਕਦੇ ਮੰਜੀ ਮੱਲ ਬਹਿੰਦੀ, ਪਰ ਘਰ ਦਾ ਕੰਮ ਤੇ ਵਾਹੀ ਬੀਜੀ ਦੇ ਕੰਮਾਂ ਵਿੱਚ ਰੁੱਝੀ ਰਹਿੰਦੀ ਸੀ। ਆਪਣੀ ਬਿਮਾਰੀ ਦੀ ਕੋਈ ਜ਼ਿਆਦਾ ਪਰਵਾਹ ਨਹੀਂ ਸੀ ਕਰਦੀ। ਮਾਂ ਦੀ ਸਿਹਤ ਭਾਵੇਂ ਕਮਜ਼ੋਰ ਤੋਂ ਕਮਜ਼ੋਰ ਹੁੰਦੀ ਜਾ ਰਹੀ ਸੀ, ਪਰ ਪਿਓ ਦੀਆਂ ਉਹੀ ਆਦਤਾਂ ਸਨ। ਸਖਤ ਤੇ ਬੇਇਤਬਾਰ ਰਵੱਈਆ ਮੇਰੇ ਲਈ ਹੋਰ ਵੀ ਬੁਰਾ ਸੀ। ਪਿਓ ਦੇ ਰਵੱਈਏ ਦੀ ਸ਼ਿਕਾਇਤ ਮੈਂ ਮਾਂ ਨਾਲ ਕਰਦਾ ਤਾਂ ਮਾਂ ਚੁੱਪ ਕਰ ਰਹਿੰਦੀ ਸੀ, ਪਰ ਹੁਣ ਮਾਂ ਮੈਨੂੰ ਆਖ ਦਿੱਤਾ ਸੀ, ਤੂੰ ਆਪਣੀ ਵੱਖਰੀ ਪਕਾ ਲਿਆ ਕਰ, ਤੇਰੇ ਪਿਓ ਨੂੰ ਕੋਈ ਨਹੀਂ ਸਮਝਾ ਸਕਦਾ। ਮਾਂ ਮੈਨੂੰ ਵੱਖਰਾ ਕਰ ਦਿੱਤਾ। ਰੋਟੀ ਤਾਂ ਵੱਖਰੀ ਪੱਕਣ ਲੱਗ ਪਈ ਸੀ, ਪਰ ਕੰਮ ਅਜੇ ਵੀ ਸਾਂਝਾ ਸੀ। ਵਾਹੀ ਉੱਤੇ ਕਬਜ਼ਾ ਪਿਓ ਦਾ ਸੀ। ਮੇਰੇ ਹਿੱਸੇ ਵਿੱਚ ਇੱਕ ਸੱਜਰ ਮੱਝ ਤੇ ਇੱਕ ਹੋਰ ਡੰਗਰ ਆਇਆ ਸੀ। ਇੱਕ ਡੰਗਰ ਮੈਂ ਕਿਸੇ ਤੋਂ ਉਧਾਰ ਲੈ ਕੇ ਜੋਗ ਬਣਾ ਲਈ। ਵਾਹੀ ਵਿੱਚ ਮੇਰਾ ਹਿੱਸਾ ਹੋ ਗਿਆ। ਅਸੀਂ ਦੋਵੇਂ ਜੀ ਆਪਣੇ ਹਿੱਸੇ ਦੇ ਚਾਅ ਵਿੱਚ ਬਹੁਤ ਮਿਹਨਤ ਤੇ ਲਗਨ ਨਾਲ ਕੰਮ ਕਰਨ ਲੱਗ ਪਏ।
ਰਾਤ ਦਿਨ ਇੱਕ ਕਰ ਦਿੱਤਾ। ਸਾਵਣੀ ਦੀ ਫਸਲ ਅਸਾਂ ਖੂਬ ਲਾਈ। ਲਾ ਕੇ ਅਜੇ ਵਿਹਲੇ ਹੀ ਹੋਏ ਸਾਂ ਕਿ ਸਾਡੇ ਘਰ ਇੱਕ ਬਾਲ ਪੈਦਾ ਹੋਇਆ। ਪਹਿਲੇ ਬਾਲਾਂ ਦੇ ਮਰਨ ਵਜੋਂ ਅਸੀਂ ਡਰੇ ਹੋਏ ਸਾਂ। ਬਾਲ ਦੀ ਮਾਂ ਬੜੀ ਖੁਸ਼ ਸੀ। ਉਹਦੇ ਬੁੱਲ੍ਹਾਂ ਉੱਤੇ ਹਾਸਾ ਐਵੇਂ ਹੀ ਖਿੱਲਰ ਪੈਂਦਾ ਸੀ। ਇੱਕ ਦਿਨ ਜਦ ਮੈਂ ਆਖਿਆ, ਬਾਲ ਦਾ ਰੰਗ ਕੁਝ ਸਾਂਵਲਾ ਏ ਤੇ ਸਾਂਵਲਾ ਰੰਗ ਮੈਨੂੰ ਪਸੰਦ ਨਹੀਂ। ਮੇਰੀ ਇਸ ਗੱਲ ਉੱਤੇ ਰਫੀਕ ਦੀ ਮਾਂ ਰੋਵਣ ਲੱਗ ਪਈ ਤੇ ਆਖਿਆ, ਇਹ ਨਹੀਂ ਵੇਖਦਾ ਕਿ ਰੱਬ ਸਾਨੂੰ ਪੁੱਤਰ ਦਿੱਤਾ ਏ, ਪੁੱਤਰ ਕਿਹੜੇ ਰੋਜ਼-ਰੋਜ਼ ਮਿਲਦੇ ਨੇ। ਉਹਨੇ ਹੋਰ ਵੀ ਬਹੁਤ ਕੁਝ ਆਖਿਆ ਸੀ। ਆਖਰ ਮੈਨੂੰ ਕਹਿਣਾ ਪਿਆ, ਭਲੀਏ ਲੋਕੇ, ਮੈਂ ਤਾਂ ਐਵੇਂ ਮਖੌਲ ਨਾਲ ਆਖਿਆ ਸੀ। ਭਲਾ ਪੁੱਤਰ ਕਿਹਨੂੰ ਪਸੰਦ ਨਹੀਂ ਹੁੰਦੇ। ਦੂਜਿਆਂ ਬਾਲਾਂ ਵਾਂਗ ਇਹ ਰੱਬ ਕੋਲ ਨਹੀਂ ਸੀ ਗਿਆ, ਸਾਡੇ ਕੋਲ ਹੀ ਰਹਿ ਗਿਆ ਸੀ। ਅਸੀਂ ਸਾਰੇ ਖੁਸ਼ ਸਾਂ। ਰਫੀਕ ਦੀ ਜ਼ਿੰਦਗੀ ਸਾਡੀ ਜ਼ਿੰਦਗੀ ਸੀ। ਫਸਲ ਪੱਕਣ ਉੱਤੇ ਮੈਨੂੰ ਮੇਰਾ ਹਿੱਸਾ ਘੱਟ ਮਿਲਿਆ। ਮੈਂ ਇਹਤਜਾਜ ਕੀਤਾ ਤਾਂ ਪਿਓ ਜਵਾਬ ਦਿੱਤਾ, ਤੂੰ ਤਾਂ ਵਿਆਹ ਕਰਵਾ ਕੇ ਪਾਸੇ ਹੋ ਗਿਆ ਏ, ਬਾਕੀ ਦੇ ਮੁੰਡੇ ਮੈਂ ਕਿੱਥੋਂ ਵਿਆਹਾਂ। ਸਬਰ ਸ਼ੁਕਰ ਕਰ ਲਿਆ, ਜੋ ਕੁਝ ਮਿਲਿਆ ਚੁੱਪ ਕਰਕੇ ਲੈ ਲਿਆ। ਗੱਡ ਵਿੱਚੋਂ ਕੋਈ ਜ਼ਿਆਦਾ ਹਿੱਸਾ ਨਹੀਂ ਸੀ ਮਿਲਦਾ। ਕੰਮ ਜ਼ਿਆਦਾ ਤੇ ਆਮਦਨੀ ਘੱਟ ਸੀ। ਮੱਝ ਦੁੱਧ ਦਿੰਦੀ ਸੀ। ਆਪਣੀ ਵਹੁਟੀ ਦੇ ਮਸ਼ਵਰੇ ਉੱਤੇ ਦੁੱਧ ਵੇਚਣਾ ਸ਼ੁਰੂ ਕਰ ਦਿੱਤਾ ਤੇ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ ਰਿਹਾ। ਮਾਂ ਪਿਓ ਕੋਲੋਂ ਵੱਖਰਾ ਪਕਾ ਕੇ ਵੀ ਚੰਗੀ ਰੋਟੀ ਨਸੀਬ ਨਹੀਂ ਸੀ ਹੋ ਰਹੀ। ਚੰਗਾ ਕੱਪੜਾ ਤੇ ਚੰਗਾ ਰਹਿਣਾ ਤਾਂ ਦੂਰ ਦੀ ਗੱਲ ਸੀ। ਅਖਬਾਰ ਰਸਾਲੇ ਦਾ ਮੈਨੂੰ ਚਸਕਾ ਲੱਗ ਗਿਆ ਹੋਇਆ ਸੀ। ਸੜਕ ਲਾਗੇ ਨਵੀਆਂ ਮਿੱਲਾਂ ਤੇ ਕਾਰਖਾਨੇ ਲੱਗ ਰਹੇ ਸਨ। ਉਹਨਾਂ ਦੇ ਸਾਹਮਣੇ ਚਾਹ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਹੋਈਆਂ ਸੀ। ਮੈਂ ਉਹਨਾਂ ਦੁਕਾਨਾਂ ਉੱਤੇ ਜਾ ਕੇ ਅਖਬਾਰ ਪੜ੍ਹ ਲੈਂਦਾ ਸਾਂ ਤੇ ਰੇਡੀਓ ਵੀ ਸੁਣ ਲਿਆ ਕਰਦਾ ਸਾਂ। ਅਖਬਾਰਾਂ ਤੇ ਰੇਡੀਓ ਪ੍ਰੋਗਰਾਮ ਮੇਰੇ ਅੰਦਰ ਤਲਖੀ ਹੋਰ ਵਧਾ ਦਿੱਤੀ ਸੀ। ਕਿਸੇ ਚੀਜ਼ ਵਿੱਚ ਦਿਲਚਸਪੀ ਨਹੀਂ ਸੀ ਰਹੀ, ਨਾ ਹੀ ਕਿਸੇ ਕੰਮਕਾਜ ਵਿੱਚ ਦਿਲ ਲੱਗਦਾ ਸੀ। ਸਾਰਾ ਜਹਾਨ ਮੈਨੂੰ ਸੁੰਨਸਾਨ ਜਾਪਦਾ। ਹਰ ਚੀਜ਼ ਫਜ਼ੂਲ ਤੇ ਬੇਮਕਸਦ ਮਾਲੂਮ ਹੋਇਆ ਕਰਦੀ ਸੀ। ਇਹ ਸਭ ਕੁਝ ਮੇਰੇ ਲਈ ਓਪਰਾ ਸੀ ਤੇ ਮੇਰੇ ਅੰਦਰੋਂ ਕੋਈ ਹੂਕ ਜਿਹੀ ਉੱਠਦੀ ਸੀ ਜਿਹਨੂੰ ਮੈਂ ਕੋਈ ਮਾਨ ਹੀ ਨਹੀਂ ਸਾਂ ਦੇ ਸਕਦਾ। ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ।